ਸਾਡਾ ਅੱਜ ਦਾ ਟੌਪਿਕ ਹੈ ਜਮਾਤ 8ਵੀਂ ਦਾ ਪਾਠ ਪਹਿਲਾ MS ਵਰਡ ਵਿੱਚ ਟੇਬਲ ਅਤੇ ਮੇਲ ਮਰਜ ਨਾਲ ਕੰਮ ਕਰਨਾ। ਇਸ ਪਾਠ ਦੇ ਉਦੇਸ਼ ਦੇਖਦੇ ਹਾਂ। ਟੇਬਲ ਕੀ ਹੁੰਦਾ ਹੈ, ਟੇਬਲ ਬਣਾਉਣਾ, ਟੇਬਲ ਵਿੱਚ ਡਾਟਾ ਦਾਖਲ ਕਰਨਾ, ਟੇਬਲ ਨੂੰ ਮਾਡੀਫਾਈ ਕਰਨਾ, ਟੇਬਲ ਦੀਆਂ ਪ੍ਰੋਪਰਟੀਜ਼, ਸੈੱਲਾਂ ਨੂੰ ਸਪਲਿਟ ਕਰਨਾ, ਸੈੱਲਾਂ ਨੂੰ ਮਰਜ ਕਰਨਾ, ਟੇਬਲ ਨੂੰ ਸਪਲਿਟ ਕਰਨਾ ਅਤੇ ਮੇਲ ਮਰਜ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਟੇਬਲ। ਟੇਬਲ ਕੋਈ ਵੀ ਸਾਰਣੀ ਹੋ ਸਕਦੀ ਹੈ। ਤੁਹਾਡੀ ਜਮਾਤ ਦਾ ਟਾਈਮ ਟੇਬਲ ਉਹ ਵੀ ਇੱਕ ਟੇਬਲ ਦੀ ਉਦਾਹਰਨ ਹੈ। ਤੁਹਾਡੀ ਕਲਾਸ ਦਾ ਹਾਜ਼ਰੀ ਰਜਿਸਟਰ ਉਹ ਵੀ ਇੱਕ ਟੇਬਲ ਦੇ ਰੂਪ 'ਚ ਹੁੰਦਾ ਹੈ। ਤੁਹਾਡਾ ਨੰਬਰ ਕਾਰਡ ਉਹ ਵੀ ਇੱਕ ਟੇਬੂਲਰ ਫਾਰਮ ਵਿੱਚ ਹੁੰਦਾ ਹੈ। ਇਹ ਸਾਰੀਆਂ ਟੇਬਲ ਦੀਆਂ ਉਦਾਹਰਨਾਂ ਹਨ। ਟੇਬਲ ਕੀ ਹੁੰਦਾ ਹੈ? ਇੱਕ ਟੇਬਲ ਰੋ ਅਤੇ ਕਾਲਮ ਤੋਂ ਮਿਲ ਕੇ ਤਿਆਰ ਹੁੰਦਾ ਹੈ। ਟੇਬਲ ਰਾਹੀਂ ਡਾਟਾ ਤਰਤੀਬਵਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਤੁਹਾਨੂੰ ਦਿਖਾਈ ਦਿੱਤਾ ਹੈ, ਸਾਹਮਣੇ ਦਿਖਾਇਆ ਟਾਈਮ ਟੇਬਲ ਇੱਕ ਟੇਬਲ ਦੀ ਉਦਾਹਰਨ ਹੈ। ਇਹ ਰੋ ਅਤੇ ਕਾਲਮ ਤੋਂ ਮਿਲ ਕੇ ਬਣਦਾ ਹੈ। ਟੇਬਲ ਦੀ ਬਣਤਰ। ਰੋ ਟੇਬਲ ਵਿੱਚ ਲੇਟੀਆਂ ਲਾਈਨਾਂ ਨੂੰ ਰੋਜ਼ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਤੁਹਾਨੂੰ ਦਿਖਾਈ ਦੇ ਰਿਹਾ ਰੋ 1, ਰੋ 2, ਰੋ 3। ਤੁਹਾਡੇ ਸਾਹਮਣੇ ਟੇਬਲ ਵਿੱਚ 3 ਰੋਜ਼ ਹਨ। ਇਹ ਲੇਟਵੀਆਂ ਹੌਰੀਜ਼ੌਂਟਲ ਹੁੰਦੀਆਂ ਹਨ। ਕਾਲਮ ਟੇਬਲ ਵਿੱਚ ਖੜਵੀਆਂ ਯਾਨੀ ਕਿ ਵਰਟੀਕਲ ਲਾਈਨਾਂ ਨੂੰ ਕਾਲਮ ਕਿਹਾ ਜਾਂਦਾ ਹੈ। ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਟੇਬਲ ਵਿੱਚ 3 ਕਾਲਮ ਨਜ਼ਰ ਆ ਰਹੇ ਹਨ। ਸੈੱਲ ਰੋ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਹਿੰਦੇ ਹਨ। ਜਿਵੇਂ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ, ਤੁਹਾਡੇ ਕੋਲ 3 ਕਾਲਮ ਅਤੇ 3 ਰੋ ਨੇ। ਹਰ ਇੱਕ ਕਾਲਮ ਜਦੋਂ ਰੋ ਨਾਲ ਕੱਟਦਾ ਹੈ ਤਾਂ ਇੱਕ ਸੈੱਲ ਤਿਆਰ ਹੁੰਦਾ ਹੈ। ਟੇਬਲ ਬਣਾਉਣਾ। MS ਵਰਡ ਵਿੱਚ ਟੇਬਲ 3 ਤਰੀਕਿਆਂ ਰਾਹੀਂ ਬਣਾਇਆ ਜਾ ਸਕਦਾ ਹੈ। ਟੇਬਲ ਬਟਨ ਦੀ ਵਰਤੋਂ ਨਾਲ, ਇਨਸਰਟ ਆਪਸ਼ਨ ਨਾਲ, ਡਰਾ ਆਪਸ਼ਨ ਨਾਲ। ਆਓ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ MS ਵਰਡ ਨੂੰ ਕਿਸ ਤਰ੍ਹਾਂ ਓਪਨ ਕਰਨਾ ਹੈ। MS ਵਰਡ ਓਪਨ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਸਟਾਰਟ ਬਟਨ 'ਤੇ ਜਾਵਾਂਗੇ। ਉਸ 'ਤੇ ਕਲਿੱਕ ਕਰਕੇ ਆਪਾਂ ਸਰਚ ਬਾਰ ਵਿੱਚ ਵਰਡ WORD ਟਾਈਪ ਕਰਾਂਗੇ। ਜਿਵੇਂ ਹੀ ਅਸੀਂ ਵਰਡ ਟਾਈਪ ਕਰਾਂਗੇ ਤੁਹਾਡੇ ਸਾਹਮਣੇ ਵਰਡ 2016 ਦੀ ਆਪਸ਼ਨ ਆ ਜਾਵੇਗੀ। ਉਸ 'ਤੇ ਕਲਿੱਕ ਕਰਕੇ ਆਪਾਂ MS ਵਰਡ ਨੂੰ ਖੋਲ੍ਹ ਸਕਦੇ ਹਾਂ। ਇਸ ਬਲੈਂਕ ਡਾਕੂਮੈਂਟ 'ਤੇ ਕਲਿੱਕ ਕਰਾਂਗੇ, ਵਰਡ ਡਾਕੂਮੈਂਟ ਖੁੱਲ੍ਹ ਜਾਵੇਗਾ। ਹੁਣ ਟੇਬਲ ਬਟਨ ਰਾਹੀਂ ਆਪਾਂ ਟੇਬਲ ਬਣਾਵਾਂਗੇ। ਸਭ ਤੋਂ ਪਹਿਲਾਂ ਇਨਸਰਟ ਟੈਬ ਤੋਂ ਟੇਬਲ ਗਰੁੱਪ ਦੇ ਟੇਬਲ ਬਟਨ 'ਤੇ ਕਲਿੱਕ ਕਰਾਂਗੇ। ਇੱਥੇ ਸਾਨੂੰ ਇੱਕ ਗ੍ਰਿਡ ਦਿਖਾਈ ਦੇਵੇਗੀ। ਇਸ ਗ੍ਰਿਡ ਤੋਂ ਅਸੀਂ ਜਿੰਨੇ ਕਾਲਮ ਅਤੇ ਰੋ ਦੀ ਲੋੜ ਹੈ ਉਸ ਅਨੁਸਾਰ ਅਸੀਂ ਟੇਬਲ ਨੂੰ ਦਾਖਲ ਕਰ ਸਕਦੇ ਹਾਂ। ਦੂਸਰਾ ਤਰੀਕਾ ਹੈ ਇਨਸਰਟ ਟੇਬਲ। ਇਸ ਆਪਸ਼ਨ ਲਈ ਵੀ ਅਸੀਂ ਇਨਸਰਟ ਟੈਬ ਤੋਂ ਟੇਬਲ 'ਤੇ ਜਾ ਕੇ ਇਨਸਰਟ ਟੇਬਲ ਦੀ ਚੋਣ ਕਰਾਂਗੇ। ਜਿਵੇਂ ਹੀ ਅਸੀਂ ਇਹਦੀ ਚੋਣ ਕਰਾਂਗੇ ਤੁਹਾਡੇ ਸਾਹਮਣੇ ਡਾਇਲੋਗ ਬਾਕਸ ਨਜ਼ਰ ਆਵੇਗਾ, ਜਿਸ ਵਿੱਚ ਅਸੀਂ ਕਾਲਮ ਅਤੇ ਰੋ ਦੀ ਗਿਣਤੀ ਭਰਾਂਗੇ। ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਆਪਾਂ 4 ਕਾਲਮ ਅਤੇ 6 ਰੋ ਦਾ ਇੱਕ ਟੇਬਲ ਤਿਆਰ ਕੀਤਾ। ਤੀਸਰਾ ਤਰੀਕਾ ਹੈ ਡਰਾ ਟੇਬਲ। ਡਰਾ ਟੇਬਲ ਲਈ ਵੀ ਅਸੀਂ ਇਨਸਰਟ ਟੈਬ ਤੋਂ ਟੇਬਲ ਆਪਸ਼ਨ 'ਤੇ ਜਾਵਾਂਗੇ ਅਤੇ ਉੱਥੋਂ ਅਸੀਂ ਡਰਾ ਟੇਬਲ ਦੀ ਆਪਸ਼ਨ ਨੂੰ ਚੁਣਾਂਗੇ। ਜਿਵੇਂ ਹੀ ਅਸੀਂ ਡਰਾ ਟੇਬਲ ਦੀ ਆਪਸ਼ਨ ਚੁਣਦੇ ਹਾਂ ਤਾਂ ਜਿਹੜਾ ਆਪਣਾ ਕਰਸਰ ਹੈ ਉਹ ਐਰੋ ਤੋਂ ਇੱਕ ਪੈਨਸਲ ਦੇ ਰੂਪ ਵਿੱਚ ਬਦਲ ਜਾਂਦਾ ਹੈ। ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਜੋ ਟੇਬਲ ਹੈ ਡਰਾ ਕਰਨਾ ਉਹ ਆਪਾਂ ਨੂੰ ਹਮੇਸ਼ਾ ਪੇਜ ਦੇ ਮਾਰਜਨ ਦੇ ਅੰਦਰ ਹੀ ਡਰਾ ਕਰਨਾ ਹੈ। ਉਸ ਨੂੰ ਪੇਜ ਦੇ ਮਾਰਜਨ ਤੋਂ ਬਾਹਰ ਨਹੀਂ ਕਲਿੱਕ ਕਰਕੇ ਡਰਾ ਕਰਨਾ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਮਾਊਸ ਦਾ ਖੱਬਾ ਬਟਨ ਦਬਾਓ ਅਤੇ ਮਾਊਸ ਨੂੰ ਡਰੈਗ ਕਰੋ। ਟੇਬਲ ਦਾ ਬਾਹਰੀ ਬਾਰਡਰ ਬਣ ਕੇ ਤਿਆਰ ਹੋ ਜਾਵੇਗਾ। ਇਸ ਦੇ ਨਾਲ ਹੀ ਸਾਡੇ ਕੋਲ ਉੱਪਰ ਇੱਕ ਨਵੀਂ ਟੈਬ ਲੇਆਊਟ ਟੈਬ ਨਜ਼ਰ ਆਵੇਗੀ। ਹੁਣ ਇਸ ਟੇਬਲ ਵਿੱਚ ਅਸੀਂ ਮਨਮਰਜ਼ੀ ਦੇ ਅਨੁਸਾਰ ਆਪਾਂ ਰੋਜ਼ ਅਤੇ ਕਾਲਮ ਨੂੰ ਆਪਣੀ ਲੋੜ ਅਨੁਸਾਰ ਡਰਾ ਕਰ ਲੈਣਾ ਹੈ। ਲੇਆਊਟ ਟੈਬ 'ਤੇ ਸਾਨੂੰ ਡਰਾ ਟੇਬਲ ਅਤੇ ਇਰੇਜ਼ਰ ਦੀ ਆਪਸ਼ਨ ਨਜ਼ਰ ਆਵੇਗੀ। ਇਰੇਜ਼ਰ ਨਾਲ ਅਸੀਂ ਟੇਬਲ ਵਿਚਲੀਆਂ ਰੋਜ਼ ਜਾਂ ਕਾਲਮ ਨੂੰ ਡਿਲੀਟ ਭਾਵ ਮਿਟਾ
ਸਕਦੇ ਹਾਂ। ਇਸੇ ਤਰ੍ਹਾਂ ਡਰਾ ਟੇਬਲ ਨਾਲ ਦੁਬਾਰਾ ਅਸੀਂ ਜੇਕਰ ਕੋਈ ਕਾਲਮ ਜਾਂ ਰੋ ਰਹਿ ਗਈ ਹੈ ਤਾਂ ਉਸ ਨੂੰ ਡਰਾ ਵੀ ਕਰ ਸਕਦੇ। ਪੈਨਸਲ ਤੋਂ ਦੁਬਾਰਾ ਕਰਸਰ ਤੇ ਜਾਣ ਲਈ ਸਾਨੂੰ ਡਰਾ ਟੇਬਲ ਆਪਸ਼ਨ ਤੇ ਕਲਿੱਕ ਕਰਨਾ ਪਵੇ। ਟੇਬਲ ਵਿੱਚ ਡਾਟਾ ਦਾਖਲ ਕਰਨਾ, ਜਿਸ ਸੈੱਲ ਵਿੱਚ ਡਾਟਾ ਦਾਖਲ ਕਰਨਾ ਹੈ ਉਸ ਸੈੱਲ ਵਿੱਚ ਕਲਿੱਕ ਕਰੋ ਤੇ ਕੀਬੋਰਡ ਤੋਂ ਡਾਟਾ ਦਾਖਲ ਕਰੋ। ਆਓ ਇੱਕ ਉਦਾਹਰਨ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਪਾਂ ਟੇਬਲ ਦੇ ਵਿਚਕਾਰ ਡਾਟਾ ਦਾਖਲ ਕਰ ਸਕਦੇ ਹਾਂ। ਪਹਿਲਾਂ ਇੱਕ ਟੇਬਲ ਡਰਾ ਕਰ ਲੈਂਦੇ ਹਾਂ। ਟੇਬਲ ਦਾ ਆਕਾਰ ਬਦਲਣ ਲਈ ਅਸੀਂ ਮਾਊਸ ਦਾ ਸਹਾਰਾ ਲੈ ਸਕਦੇ ਹਾਂ। ਟੇਬਲ ਦੇ ਬਿਲਕੁਲ ਸੱਜੇ ਪਾਸੇ ਹੇਠਾਂ ਮਾਊਸ ਰਾਹੀਂ ਖੱਬਾ ਬਟਨ ਕਲਿੱਕ ਕਰਕੇ ਅਸੀਂ ਟੇਬਲ ਦਾ ਆਕਾਰ ਆਪਣੇ ਲੋੜ ਅਨੁਸਾਰ ਬਦਲ ਸਕਦੇ ਹਾਂ। ਹੁਣ ਪਹਿਲੇ ਸੈੱਲ ਵਿੱਚ ਅਸੀਂ ਕਲਿੱਕ ਕਰਾਂਗੇ ਤੇ ਕੀਬੋਰਡ ਤੋਂ ਜੋ ਤੁਸੀਂ ਡਾਟਾ ਐਂਟਰ ਕਰਨਾ ਚਾਹੁੰਦੇ ਹੋ ਉਹ ਆਪਾਂ ਟਾਈਪ ਕਰਾਂਗੇ। ਟੇਬਲ ਵਿੱਚ ਅੱਗੇ ਜਾਣ ਲਈ ਅਸੀਂ ਕੀਬੋਰਡ ਤੋਂ ਟੈਬ ਕੀ ਪ੍ਰੈਸ ਕਰਦੇ ਹਾਂ। ਜਿਵੇਂ ਹੀ ਟੈਬ ਕੀ ਪ੍ਰੈਸ ਕਰਾਂਗੇ ਕਰਸਰ ਟੇਬਲ ਦੇ ਅਗਲੇ ਸੈੱਲ ਵਿੱਚ ਚਲਿਆ ਜਾਂਦਾ ਹੈ। ਜੇਕਰ ਟੇਬਲ ਦੇ ਅਸੀਂ ਆਖਿਰ ਵਾਲੇ ਸੈੱਲ ਵਿੱਚ ਹੋਈਏ ਤਾਂ ਟੈਬ ਕੀ ਪ੍ਰੈਸ ਕਰਨ ਤੇ ਟੇਬਲ ਵਿੱਚ ਇੱਕ ਨਵੀਂ ਰੋ ਦਾਖਲ ਹੋ ਜਾਂਦੀ ਹੈ। ਟੇਬਲ ਨੂੰ ਮੋਡੀਫਾਈ ਕਰਨਾ। ਟੇਬਲ ਨੂੰ ਮੋਡੀਫਾਈ ਕਰਨ ਤੋਂ ਭਾਵ ਹੈ ਟੇਬਲ ਵਿੱਚ ਬਦਲਾਅ ਕਰਨਾ। ਅਸੀਂ ਲੋੜ ਅਨੁਸਾਰ ਟੇਬਲ ਵਿੱਚ ਕਾਲਮ, ਰੋ ਅਤੇ ਸੈੱਲ ਦਾਖਲ ਕਰ ਸਕਦੇ ਹਾਂ ਤੇ ਡਿਲੀਟ ਵੀ ਕਰ ਸਕਦੇ ਹਾਂ। ਇਹ ਆਪਸ਼ਨ ਲੇਆਊਟ ਟੈਬ ਦੇ ਰੋਜ਼ ਅਤੇ ਕਾਲਮ ਗਰੁੱਪ ਤੇ ਮੌਜੂਦ ਹੁੰਦੀ ਹੈ। ਟੇਬਲ ਵਿੱਚ ਕਾਲਮ ਨੂੰ ਦਾਖਲ ਕਰਨਾ। ਲੇਆਊਟ ਟੈਬ ਤੋਂ ਰੋਜ਼ ਅਤੇ ਕਾਲਮ ਗਰੁੱਪ ਤੋਂ ਇਨਸਰਟ ਕਾਲਮ ਦੀ ਆਪਸ਼ਨ ਰਾਹੀਂ ਅਸੀਂ ਨਵਾਂ ਕਾਲਮ ਟੇਬਲ ਦੇ ਅੰਦਰ ਦਾਖਲ ਕਰ ਸਕਦੇ ਹਾਂ। ਇਹ ਕਾਲਮ ਅਸੀਂ ਖੱਬੇ ਜਾਂ ਸੱਜੇ ਦੋਨੇ ਪਾਸੇ ਕਿਸੇ ਵੀ ਕਾਲਮ ਦੇ ਕਰ ਸਕਦੇ ਹਾਂ। ਆਓ ਇੱਕ ਉਦਾਹਰਨ ਰਾਹੀਂ ਹੁਣ ਇਸ ਨੂੰ ਪ੍ਰੈਕਟੀਕਲੀ ਕਰਕੇ ਦੇਖਦੇ ਹਾਂ। ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਜਿਵੇਂ ਲੇਆਊਟ ਟੈਬ ਤੇ ਸਾਡੇ ਕੋਲ ਇਨਸਰਟ ਲੈਫਟ, ਇਨਸਰਟ ਰਾਈਟ ਕਾਲਮ ਦੀ ਆਪਸ਼ਨ ਹੁੰਦੀ ਹੈ। ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਅਸੀਂ ਕਾਲਮ ਕਿੱਥੇ ਦਾਖਲ ਕਰਨਾ ਹੈ। ਇੱਥੇ ਅਸੀਂ ਨੇਮ ਕਾਲਮ ਦੇ ਨਾਲ ਸੱਜੇ ਪਾਸੇ ਇੱਕ ਨਵਾਂ ਕਾਲਮ ਦਾਖਲ ਕਰਾਂਗੇ। ਉਸ ਲਈ ਅਸੀਂ ਲੇਆਊਟ ਟੈਬ ਤੋਂ ਰੋ ਐਂਡ ਕਾਲਮ ਗਰੁੱਪ ਤੋਂ ਇਨਸਰਟ ਰਾਈਟ ਕਾਲਮ ਦੀ ਆਪਸ਼ਨ ਦੀ ਚੋਣ ਕਰਾਂਗੇ। ਇੱਕ ਨਵਾਂ ਖਾਲੀ ਕਾਲਮ ਦਾਖਲ ਹੋ ਜਾਵੇ। ਇਸੇ ਤਰ੍ਹਾਂ ਅਸੀਂ ਨੇਮ ਦੇ ਖੱਬੇ ਪਾਸੇ ਵੀ ਕਾਲਮ ਨੂੰ ਦਾਖਲ ਕਰ ਸਕਦੇ ਹਾਂ। ਟੇਬਲ ਵਿੱਚ ਰੋ ਨੂੰ ਦਾਖਲ ਕਰਨਾ। ਲੇਆਊਟ ਟੈਬ ਤੋਂ ਰੋਜ਼ ਅਤੇ ਕਾਲਮ ਗਰੁੱਪ ਤੋਂ ਕਾਲਮ ਦੀ ਤਰ੍ਹਾਂ ਹੀ ਅਸੀਂ ਰੋ ਵੀ ਦਾਖਲ ਕਰ ਸਕਦੇ ਹਾਂ। ਆਓ ਹੁਣ ਇਸ ਨੂੰ ਪ੍ਰੈਕਟੀਕਲੀ ਕਰਕੇ ਦੇਖਦੇ ਹਾਂ। ਰੋਲ ਨੰਬਰ 2 ਦੇ ਹੇਠਾਂ ਇੱਕ ਨਵੀਂ ਰੋ ਦਾਖਲ ਕਰਦੇ ਹਾਂ। ਇਸ ਲਈ ਅਸੀਂ ਪਹਿਲਾਂ 2 ਰੋਲ ਨੰਬਰ ਦੇ ਵਿੱਚ ਕਲਿੱਕ ਕਰਾਂਗੇ ਤੇ ਲੇਆਊਟ ਟੈਬ ਤੋਂ ਰੋ ਐਂਡ ਕਾਲਮ ਗਰੁੱਪ ਤੋਂ ਇਨਸਰਟ ਬਿਲੋ ਦੀ ਆਪਸ਼ਨ ਤੇ ਕਲਿੱਕ ਕਰਾਂਗੇ ਤੇ ਇੱਕ ਦੇਖੋ 2 ਰੋਲ ਨੰਬਰ ਦੇ ਨੀਚੇ ਇੱਕ ਨਵੀਂ ਖਾਲੀ ਰੋ ਬਣ ਕੇ ਤਿਆਰ ਹੋ ਜਾਵੇ। ਇਸੇ ਹੀ ਤਰ੍ਹਾਂ ਅਸੀਂ 2 ਰੋਲ ਨੰਬਰ ਦੇ ਉੱਪਰ ਵੀ ਖਾਲੀ ਰੋ ਦਾਖਲ ਕਰ ਸਕਦੇ ਹਾਂ। ਉਸ ਲਈ ਅਸੀਂ ਇਨਸਰਟ ਅਬਵ ਦੀ ਆਪਸ਼ਨ ਤੇ ਕਲਿੱਕ ਕਰਾਂਗੇ। ਆਪਾਂ ਹੁਣ ਦੇਖਿਆ ਰੋ ਤੇ ਕਾਲਮ ਕਿਸ ਤਰ੍ਹਾਂ ਨਵੇਂ ਦਾਖਲ ਕਰ ਸਕਦੇ ਹਾਂ। ਟੇਬਲ ਵਿੱਚ ਸੈੱਲ ਨੂੰ ਦਾਖਲ ਕਰੋ। ਟੇਬਲ ਵਿੱਚ ਰਾਈਟ ਕਲਿੱਕ ਕਰੋ, ਇਨਸਰਟ ਤੇ ਇਨਸਰਟ ਸੈੱਲ ਦੀ ਆਪਸ਼ਨ ਤੇ ਕਲਿੱਕ ਕਰੋ। ਇਸ ਤਰ੍ਹਾਂ ਅਸੀਂ ਇੱਕ ਨਵਾਂ ਸੈੱਲ ਦਾਖਲ ਕਰ ਸਕਦੇ ਹਾਂ। ਕਿਸ ਤਰ੍ਹਾਂ ਕਰਾਂਗੇ ਆਪਾਂ ਦੇਖਦੇ ਹਾਂ। ਮੰਨ ਲਓ ਅਸੀਂ ਲਾਸਟ ਸੈੱਲ 77 ਜਿੱਥੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਇੱਥੇ ਇੱਕ ਨਵਾਂ ਸੈੱਲ ਦਾਖਲ ਕਰਨਾ। ਇਸ ਲਈ ਸਭ ਤੋਂ ਪਹਿਲਾਂ ਇਸ ਵਿੱਚ ਅਸੀਂ ਰਾਈਟ ਕਲਿੱਕ ਕਰਾਂਗੇ, ਫਿਰ ਇਨਸਰਟ ਆਪਸ਼ਨ ਤੇ ਜਾਵਾਂਗੇ। ਇਸ ਆਪਸ਼ਨ ਤੋਂ ਅਸੀਂ ਇਨਸਰਟ ਸੈੱਲ ਤੇ ਜਾਵਾਂਗੇ। ਜਦੋਂ ਅਸੀਂ ਇਨਸਰਟ ਸੈੱਲ ਤੇ ਕਲਿੱਕ ਕਰਾਂਗੇ ਤਾਂ ਤੁਹਾਨੂੰ ਇਹ ਡਾਇਲੌਗ ਬਾਕਸ ਨਜ਼ਰ ਆਵੇਗਾ। ਇਸ ਤੋਂ ਸਿਲੈਕਟ ਕਰੋ ਕਿ ਪੁਰਾਣਾ ਸੈੱਲ ਸੱਜੇ ਪਾਸੇ ਵੱਲ ਨੂੰ ਸ਼ਿਫਟ ਹੋਵੇ ਜਾਂ ਹੇਠਾਂ। ਆਪਾਂ ਹੇਠਾਂ ਵੱਲ ਨੂੰ ਸਿਲੈਕਟ ਕੀਤਾ ਹੈ। ਦੇਖੋ 77 ਸੈੱਲ ਸੀ ਜਿਹੜਾ ਉਹ ਆਪਣਾ ਨੀਚੇ ਨੂੰ ਆ ਗਿਆ ਤੇ ਉੱਥੇ ਇੱਕ ਨਵਾਂ ਸੈੱਲ ਬਣ ਕੇ ਹੋਰ ਆ ਗਿਆ ਹੈ। ਟੇਬਲ ਵਿੱਚ ਕਾਲਮ ਨੂੰ ਡਿਲੀਟ ਕਰਨਾ। ਲੇਆਊਟ ਟੈਬ ਤੋਂ ਅਸੀਂ ਰੋਜ਼ ਅਤੇ ਕਾਲਮ ਗਰੁੱਪ ਤੋਂ ਹੀ ਡਿਲੀਟ ਕਾਲਮ ਦੀ ਆਪਸ਼ਨ ਵੀ ਚੁਣ ਸਕਦੇ ਹਾਂ ਤੇ ਸਿਲੈਕਟ ਕੀਤਾ ਕਾਲਮ ਡਿਲੀਟ ਕਰ ਸਕਦੇ ਹਾਂ। ਆਓ ਵੇਖੀਏ ਕਿਵੇਂ ਕਰਾਂਗੇ। ਤੁਹਾਡੇ ਸਾਹਮਣੇ ਇੱਕ ਟੇਬਲ ਨਜ਼ਰ ਆ ਰਿਹਾ ਹੈ।
ਇਸ ਵਿੱਚ ਦੋ ਖਾਲੀ ਕਾਲਮ ਹਨ। ਇਹਨਾਂ ਕਾਲਮਾਂ ਨੂੰ ਆਪਾਂ ਡਿਲੀਟ ਕਰਾਂਗੇ। ਇੱਥੇ ਇੱਕ ਮੈਂ ਹੋਰ ਗੱਲ ਦੱਸਣੀ ਚਾਹਾਂਗਾ ਕਿ ਕਈ ਵਾਰ ਸਾਨੂੰ ਟੇਬਲ ਦੇ ਉੱਪਰ ਟੈਬ ਮੈਨੂ ਤੇ ਲੇਆਊਟ ਟੈਬ ਨਜ਼ਰ ਨਹੀਂ ਆਉਂਦੀ। ਇਹ ਅਕਸਰ ਉਦੋਂ ਹੁੰਦਾ ਹੈ ਜਦੋਂ ਅਸੀਂ ਟੇਬਲ ਦੇ ਵਿੱਚ ਕਲਿੱਕ ਨਾ ਕੀਤਾ। ਪਹਿਲਾਂ ਅਸੀਂ ਟੇਬਲ ਦੇ ਵਿੱਚ ਕਲਿੱਕ ਕਰਾਂਗੇ ਤਾਂ ਹੀ ਸਾਨੂੰ ਲੇਆਊਟ ਟੈਬ ਨਜ਼ਰ ਆਵੇਗੀ। ਹੁਣ ਅਸੀਂ ਡਿਲੀਟ ਆਪਸ਼ਨ ਤੇ ਜਾਵਾਂਗੇ ਤੇ ਉੱਥੋਂ ਡਿਲੀਟ ਕਾਲਮ ਨੂੰ ਸਿਲੈਕਟ ਕਰਾਂਗੇ। ਇੱਥੇ ਸਾਡੇ ਕੋਲੇ ਟੇਬਲ, ਰੋ ਤੇ ਸੈੱਲ ਸਾਰਿਆਂ ਨੂੰ ਹੀ ਡਿਲੀਟ ਕਰਨ ਦੀ ਆਪਸ਼ਨ ਹੁੰਦੀ ਹੈ। ਜਿਵੇਂ ਅਸੀਂ ਡਿਲੀਟ ਕਾਲਮ ਤੇ ਕਲਿੱਕ ਕਰਾਂਗੇ, ਦੇਖਾਂਗੇ ਕਿ ਇੱਕ ਜਿਹੜਾ ਖਾਲੀ ਕਾਲਮ ਸੀ ਜਿਸ ਵਿੱਚ ਅਸੀਂ ਕਲਿੱਕ ਕੀਤਾ ਹੋਇਆ ਸੀ ਉਹ ਡਿਲੀਟ ਹੋ ਗਿਆ। ਇਸੇ ਦੇ ਨਾਲ ਅਸੀਂ ਦੂਸਰਾ ਕਾਲਮ ਵੀ ਡਿਲੀਟ ਕਰਨ ਜਾ ਰਹੇ ਹਾਂ। ਇਸ ਲਈ ਅਸੀਂ ਦੂਸਰਾ ਤਰੀਕਾ ਅਪਣਾਵਾਂਗੇ। ਖਾਲੀ ਸੈੱਲ ਵਿੱਚ ਰਾਈਟ ਕਲਿੱਕ ਕਰਾਂਗੇ, ਉੱਥੋਂ ਅਸੀਂ ਡਿਲੀਟ ਸੈੱਲ ਦੀ ਆਪਸ਼ਨ ਚੁਣਾਂਗੇ, ਜਿਸ ਤੋਂ ਅਸੀਂ ਡਿਲੀਟ ਇੰਟਾਇਰ ਕਾਲਮ ਦੀ ਆਪਸ਼ਨ ਚੁਣਾਂਗੇ ਤਾਂ ਦੂਸਰਾ ਕਾਲਮ ਵੀ ਡਿਲੀਟ ਹੋ ਗਿਆ ਹੈ। ਇਹ ਦੋਨਾਂ ਤਰੀਕਿਆਂ ਨਾਲ ਅਸੀਂ ਟੇਬਲ ਵਿੱਚੋਂ ਕਾਲਮ ਨੂੰ ਡਿਲੀਟ ਕਰ ਸਕਦੇ ਹਾਂ। ਟੇਬਲ ਵਿੱਚ ਰੋ ਨੂੰ ਡਿਲੀਟ ਕਰਨਾ, ਇਹ ਵੀ ਬਿਲਕੁਲ ਉਸੇ ਤਰ੍ਹਾਂ ਹੀ ਹੈ। ਪਹਿਲਾਂ ਲੇਆਊਟ ਟੈਬ ਤੋਂ ਰੋਜ਼ ਅਤੇ ਕਾਲਮ ਗਰੁੱਪ ਤੋਂ ਅਸੀਂ ਡਿਲੀਟ ਰੋ ਦੀ ਆਪਸ਼ਨ ਤੇ ਕਲਿੱਕ ਕਰਾਂਗੇ ਤਾਂ ਪੂਰੀ ਦੀ ਪੂਰੀ ਰੋ ਨੂੰ ਅਸੀਂ ਡਿਲੀਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਜਿਸ ਰੋ ਨੂੰ ਡਿਲੀਟ ਕਰਨਾ ਹੈ ਉਸ ਵਿੱਚ ਕਲਿੱਕ ਕਰਾਂਗੇ। ਜਿਸ ਤਰ੍ਹਾਂ ਇਸ ਟੇਬਲ ਵਿੱਚ ਸਾਡੇ ਕੋਲ ਦੋ ਖਾਲੀ ਰੋ ਨੇ, ਅਸੀਂ ਪਹਿਲਾਂ ਪਹਿਲੀ ਰੋ ਨੂੰ ਡਿਲੀਟ ਕਰਾਂਗੇ। ਉਸ ਲਈ ਇਸ ਵਿੱਚ ਕਲਿੱਕ ਕਰਕੇ ਲੇਆਊਟ ਟੈਬ ਤੋਂ ਡਿਲੀਟ ਆਪਸ਼ਨ ਤੋਂ ਡਿਲੀਟ ਰੋ ਤੇ ਕਲਿੱਕ ਕਰਾਂਗੇ। ਜਿਵੇਂ ਅਸੀਂ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲ ਸਿਲੈਕਟ ਕੀਤੀ ਰੋ ਡਿਲੀਟ ਹੋ ਜਾਵੇ। ਦੂਸਰਾ ਤਰੀਕਾ, ਜਿਸ ਰੋ ਨੂੰ ਡਿਲੀਟ ਕਰਨਾ ਹੈ ਉਸ ਰੋ ਵਿੱਚ ਰਾਈਟ ਕਲਿੱਕ ਕਰੋ, ਡਿਲੀਟ ਸੈੱਲ ਆਪਸ਼ਨ ਤੇ ਜਾਓ, ਉਸ ਵਿੱਚੋਂ ਡਿਲੀਟ ਇੰਟਾਇਰ ਰੋ ਉਸ ਤੇ ਕਲਿੱਕ ਕਰੋ, ਓਕੇ ਤੇ ਕਲਿੱਕ ਕਰੋ, ਰੋ ਡਿਲੀਟ ਹੋ ਜਾਵੇ। ਟੇਬਲ ਵਿੱਚ ਸੈੱਲ ਨੂੰ ਡਿਲੀਟ ਕਰਨਾ, ਸੈੱਲ ਨੂੰ ਡਿਲੀਟ ਕਰਨ ਦਾ ਤਰੀਕਾ ਵੀ ਬਿਲਕੁਲ ਉਵੇਂ ਹੀ ਹੈ। ਪਹਿਲਾਂ ਆਪਾਂ ਜਿਸ ਸੈੱਲ ਨੂੰ ਡਿਲੀਟ ਕਰਨਾ ਹੈ ਉਸ ਸੈੱਲ ਵਿੱਚ ਕਲਿੱਕ ਕਰਾਂਗੇ। ਲੇਆਊਟ ਟੈਬ ਤੋਂ ਡਿਲੀਟ ਆਪਸ਼ਨ ਤੋਂ ਡਿਲੀਟ ਸੈੱਲ ਦੀ ਆਪਸ਼ਨ ਤੇ ਕਲਿੱਕ ਕਰਾਂਗੇ। ਜਿਵੇਂ ਹੀ ਅਸੀਂ ਉਸ ਆਪਸ਼ਨ ਤੇ ਕਲਿੱਕ ਕਰਾਂਗੇ ਉਹ ਸੈੱਲ ਡਿਲੀਟ ਹੋ ਜਾਵੇ। ਦੂਸਰਾ ਤਰੀਕਾ ਹੈ ਰਾਈਟ ਕਲਿੱਕ ਰਾਹੀਂ। ਇਸ ਸੈੱਲ ਨੂੰ ਡਿਲੀਟ ਕਰਨਾ ਹੈ, ਅਸੀਂ ਮਾਊਸ ਦਾ ਰਾਈਟ ਕਲਿੱਕ ਕਰਾਂਗੇ, ਡਿਲੀਟ ਸੈੱਲ ਦੀ ਆਪਸ਼ਨ ਚੁਣਾਂਗੇ। ਆਪਸ਼ਨ ਚੁਣਨ ਤੋਂ ਬਾਅਦ ਸਾਡੇ ਸਾਹਮਣੇ ਡਾਇਲੌਗ ਬਾਕਸ ਨਜ਼ਰ ਆਵੇਗਾ। ਇਸ ਵਿੱਚੋਂ ਅਸੀਂ ਸਹੀ ਆਪਸ਼ਨ ਨੂੰ ਚੁਣਾਂਗੇ ਤੇ ਓਕੇ ਕਰਾਂਗੇ। ਸੈੱਲ ਡਿਲੀਟ, ਜਿਵੇਂ ਕਿ ਤੁਸੀਂ ਦੇਖਿਆ ਸੀ ਪਹਿਲਾਂ 77 ਦੇ ਉੱਪਰ ਇੱਕ ਸੈੱਲ ਸੀ, ਉਹ ਸੈੱਲ ਡਿਲੀਟ ਹੋ ਗਿਆ ਹੈ। ਟੇਬਲ ਨੂੰ ਡਿਲੀਟ ਕਰ, ਇਸ ਤਰ੍ਹਾਂ ਅਸੀਂ ਰੋ ਕਾਲਮ ਨੂੰ ਡਿਲੀਟ ਕੀਤਾ ਹੈ, ਉਸੇ ਹੀ ਤਰ੍ਹਾਂ ਅਸੀਂ ਟੇਬਲ ਨੂੰ ਵੀ ਡਿਲੀਟ ਕਰ ਸਕਦੇ ਹਾਂ। ਲੇਆਊਟ ਟੈਬ, ਰੋਜ਼ ਅਤੇ ਕਾਲਮ ਗਰੁੱਪ ਤੋਂ ਡਿਲੀਟ ਟੇਬਲ ਦੀ ਆਪਸ਼ਨ ਤੇ ਕਲਿੱਕ ਕਰੋ। ਹੁਣ ਇਸ ਟੇਬਲ ਨੂੰ ਆਪਾਂ ਡਿਲੀਟ ਕਰਦੇ ਹਾਂ। ਟੇਬਲ ਵਿੱਚ ਕਲਿੱਕ ਕਰੋ, ਲੇਆਊਟ ਟੈਬ ਤੇ ਜਾਓ, ਲੇਆਊਟ ਟੈਬ ਤੋਂ ਡਿਲੀਟ ਟੇਬਲ ਦੀ ਆਪਸ਼ਨ ਤੇ ਕਲਿੱਕ ਕਰੋ, ਸਾਰੇ ਦਾ ਸਾਰਾ ਟੇਬਲ ਡਿਲੀਟ ਹੋ ਜਾਵੇ। ਟੇਬਲ ਦੀਆਂ ਪ੍ਰੋਪਰਟੀ, ਲੇਆਊਟ ਟੈਬ ਤੋਂ ਟੇਬਲ ਗਰੁੱਪ ਤੋਂ ਅਸੀਂ ਪ੍ਰੋਪਰਟੀਜ਼ ਨੂੰ ਖੋਲ੍ਹ ਸਕਦੇ ਹਾਂ ਤੇ ਟੇਬਲ ਦੀਆਂ ਪ੍ਰੋਪਰਟੀਜ਼ ਨੂੰ ਬਦਲ ਸਕਦੇ ਹਾਂ। ਸਭ ਤੋਂ ਪਹਿਲਾਂ ਟੇਬਲ ਦੀ ਅਲਾਈਨਮੈਂਟ, ਅਸੀਂ ਟੇਬਲ ਨੂੰ ਸੱਜੇ ਖੱਬੇ ਵਿਚਕਾਰ ਅਲਾਈਨ ਕਰ ਸਕਦੇ ਹਾਂ। ਆਓ ਹੁਣ ਟੇਬਲ ਦੀ ਅਲਾਈਨਮੈਂਟ ਬਦਲ ਕੇ ਦੇਖੀਏ। ਸਭ ਤੋਂ ਪਹਿਲਾਂ ਅਸੀਂ ਟੇਬਲ ਦੇ ਵਿੱਚ ਕਲਿੱਕ ਕਰਾਂਗੇ ਤਾਂ ਜੋ ਸਾਨੂੰ ਲੇਆਊਟ ਟੈਬ ਦਿਖਾਈ ਦੇਵੇ। ਟੇਬਲ ਦੇ ਵਿੱਚ ਕਲਿੱਕ ਕਰਨ ਤੋਂ ਬਾਅਦ ਅਸੀਂ ਲੇਆਊਟ ਟੈਬ ਤੇ ਜਾਵਾਂਗੇ। ਉੱਥੋਂ ਅਸੀਂ ਟੇਬਲ ਗਰੁੱਪ ਦੀਆਂ ਵਿੱਚੋਂ ਪ੍ਰੋਪਰਟੀਜ਼ ਤੇ ਕਲਿੱਕ ਕਰਾਂਗੇ। ਜਿਵੇਂ ਅਸੀਂ ਪ੍ਰੋਪਰਟੀਜ਼ ਤੇ ਕਲਿੱਕ ਕਰਾਂਗੇ ਤੁਹਾਨੂੰ ਇਸ ਡਾਇਲੌਗ ਬਾਕਸ ਨਜ਼ਰ ਆਵੇਗਾ। ਇਸ ਨੂੰ ਦੂਸਰਾ ਤਰੀਕਾ ਹੈ ਖੋਲ੍ਹਣ ਦਾ, ਟੇਬਲ ਦੇ ਵਿੱਚ ਰਾਈਟ ਕਲਿੱਕ ਕਰਕੇ। ਰਾਈਟ ਕਲਿੱਕ ਕਰਕੇ ਅਸੀਂ ਟੇਬਲ ਪ੍ਰੋਪਰਟੀ ਦੀ ਚੋਣ ਕਰਾਂਗੇ ਤਾਂ ਇਹ ਡਾਇਲੌਗ ਬਾਕਸ ਖੁੱਲ੍ਹ ਜਾਵੇਗਾ। ਇੱਥੋਂ ਅਸੀਂ ਟੇਬਲ ਦੀ ਅਲਾਈਨਮੈਂਟ ਬਦਲ ਸਕਦੇ ਹਾਂ। ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਹੈ, ਲੈਫਟ, ਰਾਈਟ ਜਾਂ ਸੈਂਟਰ, ਕੋਈ ਵੀ ਆਪਾਂ ਟੇਬਲ ਦੀ ਅਲਾਈਨਮੈਂਟ ਦੀ ਚੋਣ ਕਰ ਸਕਦੇ ਹਾਂ।
ਇਸ ਤੋਂ ਅੱਗੇ ਹੈ ਰੋ, ਕਾਲਮ ਅਤੇ ਸੈੱਲ ਦਾ ਆਕਾਰ ਬਦਲਣਾ। ਲੇਆਊਟ ਟੈਬ ਤੋਂ ਅਸੀਂ ਸੈੱਲ ਸਾਈਜ਼ ਗਰੁੱਪ ਰਾਹੀਂ ਕਿਸੇ ਵੀ ਰੋ ਜਾਂ ਕਾਲਮ ਦਾ ਸਾਈਜ਼ ਬਦਲ ਸਕਦੇ ਹਾਂ। ਆਓ ਹੁਣ ਅਸੀਂ ਇਸ ਨੂੰ ਪ੍ਰੈਕਟੀਕਲੀ ਕਰਕੇ ਦੇਖਦੇ ਹਾਂ। ਟੇਬਲ ਪ੍ਰੋਪਰਟੀ ਤੋਂ ਟੇਬਲ ਪ੍ਰੋਪਰਟੀ ਡਾਇਲੌਗ ਬਾਕਸ ਨੂੰ ਖੋਲ੍ਹੋ। ਉੱਥੋਂ ਅਸੀਂ ਸੈੱਲ ਜਾਂ ਕਾਲਮ ਜਾਂ ਰੋ ਕਿਸੇ ਦਾ ਵੀ ਆਕਾਰ ਬਦਲ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਰੋ ਦਾ ਆਕਾਰ ਬਦਲਦੇ ਹਾਂ। ਸਾਹਮਣੇ ਦਿੱਤੇ ਹੋਏ ਡਾਇਲੌਗ ਬਾਕਸ ਵਿੱਚ ਅਸੀਂ ਜਿੰਨੀ ਵੀ ਵੈਲਿਊ ਭਰਾਂਗੇ ਸਾਡੇ ਟੇਬਲ ਦੀ ਰੋ ਦਾ ਆਕਾਰ ਉਨਾ ਹੀ ਹੋ ਜਾਵੇਗਾ। ਜਿਵੇਂ ਤੁਹਾਨੂੰ ਦਿਖਾਈ ਦੇ ਰਿਹਾ ਰੋ 1 ਲਿਖਿਆ ਦਿਖਾ ਰਿਹਾ, ਤਾਂ ਆਪਾਂ ਸਿਰਫ ਪਹਿਲੀ ਰੋ ਦਾ ਹੀ ਸਾਈਜ਼ ਵਧਾ ਰਹੇ ਹਾਂ। ਆਪਾਂ ਜ਼ਿਆਦਾ ਰੋਜ਼ ਨੂੰ ਸਿਲੈਕਟ ਕਰਕੇ ਇਕੱਠਾ ਵੀ ਉਹਨਾਂ ਦਾ ਸਾਈਜ਼ ਬਦਲ ਸਕਦੇ ਹਾਂ ਤੇ ਇੱਕ ਰੋ ਕਰਕੇ ਵੀ ਸਾਈਜ਼ ਨੂੰ ਬਦਲ ਸਕਦੇ ਹਾਂ। ਆਪਾਂ ਮਾਊਸ ਦੀ ਸਹਾਇਤਾ ਨਾਲ ਵੀ ਰੋ ਕਾਲਮ ਦਾ ਆਕਾਰ ਬਦਲ ਸਕਦੇ ਹਾਂ। ਜਿਵੇਂ ਤੁਹਾਨੂੰ ਦਿਖਾਈ ਦਿੱਤਾ ਹੈ, ਆਪਾਂ ਖੱਬਾ ਬਟਨ ਦਬਾ ਕੇ ਮਾਊਸ ਦਾ ਕਿਸੇ ਵੀ ਰੋ ਜਾਂ ਕਾਲਮ ਦਾ ਆਕਾਰ ਆਪਣੀ ਮਨਮਰਜ਼ੀ ਦੇ ਹਿਸਾਬ ਨਾਲ ਬਦਲ ਸਕਦੇ ਹਾਂ। ਅਸੀਂ ਸਾਰੇ ਟੇਬਲ ਦਾ ਇੱਕ ਵਾਰ 'ਚ ਹੀ ਸਾਰੀਆਂ ਰੋਜ਼ ਤੇ ਕਾਲਮ ਨੂੰ ਬਰਾਬਰ ਸਾਈਜ਼ ਵੀ ਦੇ ਸਕਦੇ ਹਾਂ। ਇਸ ਲਈ ਸਾਰੇ ਟੇਬਲ ਨੂੰ ਸਿਲੈਕਟ ਕਰੋ। ਉੱਪਰ ਲੇਆਊਟ ਟੈਬ ਤੇ ਸਾਡੇ ਕੋਲੇ ਡਿਸਟ੍ਰੀਬਿਊਟ ਕਾਲਮ ਦੀ ਇੱਕ ਆਪਸ਼ਨ ਹੁੰਦੀ ਹੈ, ਜਿਸ ਨਾਲ ਸਾਰੇ ਦੇ ਸਾਰੇ ਕਾਲਮ ਬਰਾਬਰ ਹੋ ਜਾਂਦੇ ਨੇ। ਜੇਕਰ ਅਸੀਂ ਰੋਜ਼ ਨੂੰ ਬਰਾਬਰ ਕਰਨਾ ਹੈ ਤਾਂ ਅਸੀਂ ਡਿਸਟ੍ਰੀਬਿਊਟ ਰੋਜ਼ ਤੇ ਕਲਿੱਕ ਕਰਾਂਗੇ ਤਾਂ ਰੋਜ਼ ਵੀ ਸਾਰੀਆਂ ਇੱਕ ਵਾਰ 'ਚ ਹੀ ਬਰਾਬਰ ਹੋ ਜਾਣਗੀਆਂ। ਸੈੱਲਾਂ ਨੂੰ ਸਪਲਿਟ ਕਰਨ। ਸੈੱਲਾਂ ਨੂੰ ਸਪਲਿਟ ਕਰਨ ਤੋਂ ਭਾਵ ਹੈ ਇੱਕ ਸੈੱਲ ਨੂੰ ਦੋ ਜਾਂ ਦੋ ਤੋਂ ਵੱਧ ਸੈੱਲਾਂ ਵਿੱਚ ਵੰਡਣਾ, ਜਿਸ ਤਰ੍ਹਾਂ ਤੁਹਾਨੂੰ ਨੀਚੇ ਦਿਖਾਇਆ ਗਿਆ। ਸੈੱਲਾਂ ਨੂੰ ਸਪਲਿਟ ਕਰਨ ਲਈ ਅਸੀਂ ਲੇਆਊਟ ਟੈਬ ਤੋਂ ਮਰਜ ਗਰੁੱਪ ਦੇ ਸਪਲਿਟ ਸੈੱਲ ਦੀ ਆਪਸ਼ਨ ਦੀ ਚੋਣ ਕਰਾਂਗੇ। ਇੱਥੇ ਅਸੀਂ ਜਿੰਨੇ ਸਾਨੂੰ ਸੈੱਲ ਨੂੰ ਹੋਰ ਸੈੱਲਾਂ ਵਿੱਚ ਵੰਡਣਾ ਹੈ ਉਸ ਦੀ ਗਿਣਤੀ ਨਿਰਧਾਰਿਤ ਕਰਨੀ ਪਵੇਗੀ। ਆਓ ਹੁਣ ਇਸ ਨੂੰ ਕਰਕੇ ਦੇਖਦੇ ਹਾਂ। ਜਿਸ ਸੈੱਲ ਨੂੰ ਸਪਲਿਟ ਕਰਨਾ ਹੈ ਪਹਿਲਾਂ ਸਾਨੂੰ ਉਸ ਸੈੱਲ ਵਿੱਚ ਜਾਣਾ ਪਵੇਗਾ। ਸੈੱਲ ਸਪਲਿਟ ਦੀ ਆਪਸ਼ਨ ਲੇਆਊਟ ਟੈਬ ਤੇ ਮਰਜ ਗਰੁੱਪ ਵਿੱਚ ਮੌਜੂਦ ਹੁੰਦੀ ਹੈ। ਜਿਸ ਸੈੱਲ ਵਿੱਚ 75 ਲਿਖਿਆ ਹੈ ਅਸੀਂ ਉਸ ਸੈੱਲ ਨੂੰ ਸਪਲਿਟ ਕਰਾਂਗੇ। ਉਸ ਸੈੱਲ ਵਿੱਚ ਕਲਿੱਕ ਕਰਨ ਤੋਂ ਬਾਅਦ ਅਸੀਂ ਲੇਆਊਟ ਟੈਬ ਤੋਂ ਸਪਲਿਟ ਸੈੱਲ ਆਪਸ਼ਨ ਦੀ ਚੋਣ ਕਰਾਂਗੇ। ਇੱਥੇ ਅਸੀਂ ਇਸ ਸੈੱਲ ਨੂੰ ਕਿੰਨੇ ਕਾਲਮ ਤੇ ਕਿੰਨੇ ਰੋ ਵਿੱਚ ਵੰਡਣਾ ਹੈ ਉਹਨਾਂ ਦੀ ਗਿਣਤੀ ਭਰਾਂਗੇ ਤੇ ਓਕੇ ਤੇ ਕਲਿੱਕ। ਇਹ ਸੈੱਲ ਸਪਲਿਟ ਹੋ ਜਾਵੇ। ਅਸੀਂ 3 ਕਾਲਮ ਭਰੇ ਸੀ ਤਾਂ ਇਸ ਸੈੱਲ ਵਿੱਚ ਦੇਖੋ 3 ਕਾਲਮ ਬਣ ਕੇ ਆ ਗਏ। ਸੈੱਲਾਂ ਨੂੰ ਮਰਜ ਕਰਨਾ। ਸੈੱਲਾਂ ਨੂੰ ਮਰਜ ਕਰਨ ਤੋਂ ਭਾਵ ਹੈ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਆਪਸ ਵਿੱਚ ਜੋੜਨਾ, ਜਿਵੇਂ ਕਿ ਨੀਚੇ ਦਿਖਾਇਆ ਹੈ। ਇਹ ਆਪਸ਼ਨ ਲੇਆਊਟ ਟੈਬ ਦੇ ਮਰਜ ਗਰੁੱਪ ਵਿੱਚ ਮੌਜੂਦ ਹੁੰਦੀ ਹੈ। ਆਓ ਹੁਣ ਇਸ ਨੂੰ ਪ੍ਰੈਕਟੀਕਲੀ ਕਰਕੇ ਵੇਖਦੇ ਹਾਂ। ਸਾਹਮਣੇ ਦਿਖਾਈ ਟੇਬਲ ਵਿੱਚੋਂ ਜਿਨ੍ਹਾਂ ਸੈੱਲਾਂ ਨੂੰ ਅਸੀਂ ਜੋੜਨਾ ਹੈ ਉਹਨਾਂ ਸੈੱਲਾਂ ਨੂੰ ਅਸੀਂ ਮਾਊਸ ਦੀ ਸਹਾਇਤਾ ਨਾਲ ਸਿਲੈਕਟ ਕਰਾਂਗੇ। ਲੇਆਊਟ ਟੈਬ ਤੋਂ ਮਰਜ ਗਰੁੱਪ ਵਿੱਚੋਂ ਮਰਜ ਸੈੱਲ ਤੇ ਕਲਿੱਕ ਕਰਾਂਗੇ। ਜਿਵੇਂ ਹੀ ਅਸੀਂ ਮਰਜ ਸੈੱਲ ਤੇ ਕਲਿੱਕ ਕਰਾਂਗੇ ਇਹ ਸਾਰੇ ਸੈੱਲ ਜੁੜ ਕੇ ਇੱਕ ਸੈੱਲ ਬਣ ਜਾਵੇ। ਇਸ ਨੂੰ ਕਹਿੰਦੇ ਹੈ ਮਰਜ ਸੈੱਲ ਆਪਸ਼ਨ। ਇੱਕ ਵਾਰੀ ਫਿਰ ਕਰਕੇ ਦਿਖਾਉਂਦੇ ਹਾਂ ਤੁਹਾਨੂੰ। ਹੁਣ ਆਪਾਂ ਇਹ ਸਾਰੇ ਸੈੱਲਾਂ ਨੂੰ ਚਾਰੇ ਦੇ ਚਾਰੇ ਸੈੱਲਾਂ ਨੂੰ ਸਿਲੈਕਟ ਕਰਾਂਗੇ। ਲੇਆਊਟ ਟੈਬ ਤੋਂ ਮਰਜ ਸੈੱਲ ਤੇ ਕਲਿੱਕ ਕਰਾਂਗੇ। ਟੇਬਲ ਨੂੰ ਸਪਲਿਟ ਕਰ। ਟੇਬਲ ਨੂੰ ਸਪਲਿਟ ਕਰਨ ਤੋਂ ਭਾਵ ਹੈ ਇੱਕ ਟੇਬਲ ਨੂੰ ਦੋ ਜਾਂ ਦੋ ਤੋਂ ਵੱਧ ਟੇਬਲਾਂ ਵਿੱਚ ਵੰਡਣਾ। ਟੇਬਲ ਨੂੰ ਸਪਲਿਟ ਕਰਨ ਲਈ ਅਸੀਂ ਲੇਆਊਟ ਟੈਬ ਤੋਂ ਮਰਜ ਗਰੁੱਪ ਦੇ ਸਪਲਿਟ ਟੇਬਲ ਆਪਸ਼ਨ ਦੀ ਵਰਤੋਂ ਕਰਾਂਗੇ। ਟੇਬਲ ਦੇ ਸੈੱਲ ਵਿਚਲੇ ਡਾਟੇ ਦੀ ਅਲਾਈਨਮੈਂਟ ਬਦਲਣਾ। ਅਸੀਂ ਟੇਬਲ ਦੇ ਸੈੱਲਾਂ ਦੇ ਵਿੱਚ ਪਏ ਡਾਟੇ ਨੂੰ ਵੀ ਅਲਾਈਨ ਕਰ ਸਕਦੇ ਹਾਂ। ਇਸ ਲਈ ਅਸੀਂ ਲੇਆਊਟ ਟੈਬ ਦੀ ਅਲਾਈਨਮੈਂਟ ਗਰੁੱਪ ਦੀ ਵਰਤੋਂ ਕਰਦੇ ਹਾਂ। ਸਭ ਤੋਂ ਪਹਿਲਾਂ ਟੇਬਲ ਨੂੰ ਸਿਲੈਕਟ ਕਰੋ। ਟੇਬਲ ਵਿਚਲੇ ਡਾਟੇ ਨੂੰ ਕੋਈ ਵੀ ਅਲਾਈਨਮੈਂਟ ਦੀ ਚੋਣ ਕਰ ਸਕਦੇ ਹਾਂ।
ਮੇਲ ਮਰਜ। ਜਦੋਂ ਅਸੀਂ ਇੱਕ ਹੀ ਸੂਚਨਾ ਜਾਂ ਪੱਤਰ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਲੋਕਾਂ ਨੂੰ ਭੇਜਣੀ ਹੋਵੇ ਤਾਂ ਅਸੀਂ ਕੀ ਕਰਾਂਗੇ? ਅਸੀਂ ਹਰ ਇੱਕ ਵਿਅਕਤੀ ਵਾਸਤੇ ਪੱਤਰ ਨੂੰ ਟਾਈਪ ਕਰਾਂਗੇ ਜਾਂ ਫਿਰ ਉਸੇ ਪੱਤਰ ਉੱਪਰ ਅਸੀਂ ਵੱਖ-ਵੱਖ ਪਤੇ ਯਾਨੀ ਕਿ ਐਡਰੈਸ ਲਿਖਾਂਗੇ। ਪਰ ਇਹ ਕੰਮ ਬਹੁਤ ਲੰਮਾ ਸਮਾਂ ਲਵੇਗਾ ਅਤੇ ਵਿਅਰਥ ਮਿਹਨਤ ਦਾ ਕੰਮ ਹੈ। ਇਸ ਤਰ੍ਹਾਂ ਦੇ ਕੰਮ ਲਈ ਸਾਡੇ ਕੋਲ MS ਵਰਡ ਵਿੱਚ ਮੇਲ ਮਰਜ ਦੀ ਆਪਸ਼ਨ ਹੁੰਦੀ ਹੈ। ਮੇਲ ਮਰਜ ਦੀ ਪਰਿਭਾਸ਼ਾ। ਮੇਲ ਮਰਜ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਮੇਲ ਅਤੇ ਮਰਜ। ਮੇਲ ਸ਼ਬਦ ਤੋਂ ਭਾਵ ਹੈ ਚਿੱਠੀ, ਪੱਤਰ ਅਤੇ ਮਰਜ ਸ਼ਬਦ ਤੋਂ ਭਾਵ ਹੈ ਜੋੜ। ਭਾਵ ਇੱਕ ਸੰਦੇਸ਼ ਜਾਂ ਪੱਤਰ ਨੂੰ ਵੱਖ-ਵੱਖ ਪਤਿਆਂ ਦੀ ਸੂਚੀ ਨਾਲ ਜੋੜਨਾ ਮੇਲ ਮਰਜ ਅਖਵਾਉਂਦਾ ਹੈ। ਮੇਲ ਮਰਜ ਦੇ ਭਾਗ। ਮੇਲ ਮਰਜ ਦੇ ਦੋ ਮੁੱਖ ਭਾਗ ਹਨ, ਡਾਟਾ ਸੋਰਸ ਅਤੇ ਮੁੱਖ ਡਾਕੂਮੈਂਟ। ਡਾਟਾ ਸੋਰਸ। ਡਾਟਾ ਸੋਰਸ ਵਿੱਚ ਵੱਖ-ਵੱਖ ਪਤਿਆਂ ਦੀ ਸੂਚੀ ਹੁੰਦੀ ਹੈ ਜਿਨ੍ਹਾਂ ਤੇ ਆਪਾਂ ਸੂਚਨਾ ਭੇਜਦੇ ਹਾਂ। ਮੁੱਖ ਡਾਕੂਮੈਂਟ ਵਿੱਚ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ ਯਾਨੀ ਕਿ ਸੰਦੇਸ਼। ਅਤੇ ਮੇਲ ਮਰਜ ਰਾਹੀਂ ਅਸੀਂ ਡਾਟਾ ਸੋਰਸ ਤੇ ਮੁੱਖ ਡਾਕੂਮੈਂਟ ਨੂੰ ਆਪਸ ਵਿੱਚ ਜੋੜਦੇ ਹਾਂ। ਮੇਲ ਮਰਜ। ਮੇਲ ਮਰਜ ਆਪਸ਼ਨ। ਮੇਲਿੰਗ ਟੈਬ ਤੇ ਸਟਾਰਟ ਮੇਲ ਮਰਜ ਤੋਂ ਅਸੀਂ ਮੇਲ ਮਰਜ ਕਰ ਸਕਦੇ ਹਾਂ। ਆਓ ਹੁਣ ਇਸ ਨੂੰ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਮੇਲਿੰਗ ਆਪਸ਼ਨ ਤੇ ਜਾਵਾਂਗੇ। ਮੇਲਿੰਗ ਆਪਸ਼ਨ ਤੋਂ ਸਟਾਰਟ ਮੇਲ ਮਰਜ ਦੀ ਆਪਸ਼ਨ ਨੂੰ ਚੁਣਾਂਗੇ। ਸਟਾਰਟ ਮੇਲ ਮਰਜ। ਇੱਥੇ ਸਾਡੇ ਕੋਲ ਕਾਫੀ ਸਾਰੀਆਂ ਆਪਸ਼ਨਸ ਹੁੰਦੀਆਂ ਨੇ। ਆਪਾਂ ਕਿਸੇ ਵੀ ਪ੍ਰਕਾਰ ਦੀ ਕੋਈ ਆਪਸ਼ਨ ਚੁਣ ਸਕਦੇ ਹਾਂ ਆਪਣੀ ਲੋੜ ਅਨੁਸਾਰ। ਇੱਥੋਂ ਅਸੀਂ ਸਟੈਪ ਬਾਏ ਸਟੈਪ ਮੇਲ ਮਰਜ ਵਿਜ਼ਾਰਡ ਦੀ ਚੋਣ ਕਰਾਂਗੇ। ਸਾਡੇ ਕੋਲੇ ਸੱਜੇ ਪਾਸੇ ਮੇਲ ਮਰਜ ਪੇਨ ਨਜ਼ਰ ਆਵੇਗਾ ਜਿੱਥੋਂ ਅਸੀਂ ਇੱਕ ਸਟੈਪ ਰਾਹੀਂ ਮੇਲ ਮਰਜ ਨੂੰ ਪੂਰਾ ਕਰਾਂਗੇ। ਸਭ ਤੋਂ ਪਹਿਲਾ ਸਟੈਪ ਨੈਕਸਟ ਸਟਾਰਟ ਡਾਕੂਮੈਂਟ, ਇਸ 'ਤੇ ਕਲਿੱਕ ਕਰਾਂਗੇ। ਇੱਥੇ ਸਾਡੇ ਕੋਲ ਆਪਸ਼ਨਸ ਆਉਂਦੀਆਂ ਨੇ ਕਿ ਜੋ ਡਾਕੂਮੈਂਟ ਸਾਡੇ ਕੋਲ ਖੁੱਲ੍ਹਾ ਹੈ ਯੂਜ਼ ਕਰੰਟ ਡਾਕੂਮੈਂਟ ਉਸ ਨੂੰ ਵਰਤਣਾ ਹੈ ਜਾਂ ਪਹਿਲਾਂ ਤੋਂ ਬਣੇ ਹੋਏ ਕੋਈ ਡਾਕੂਮੈਂਟ। ਇਸ ਵਿੱਚੋਂ ਆਪਾਂ ਜੋ ਆਪਣੇ ਕੋਲ ਹੁਣ ਖੁੱਲ੍ਹਾ ਹੋਇਆ ਉਸੇ ਡਾਕੂਮੈਂਟ ਨੂੰ ਵਰਤਾਂਗੇ। ਉਸ ਤੋਂ ਬਾਅਦ ਆਪਾਂ ਨੈਕਸਟ ਰਾਈਟ ਯੂਅਰ ਲੈਟਰ 'ਤੇ ਕਲਿੱਕ ਕਰਾਂਗੇ। ਇਸ ਸਟੈਪ 'ਤੇ ਅਸੀਂ ਉਸ ਪਤਿਆਂ ਦੀ ਸੂਚੀ ਨੂੰ ਬਣਾਵਾਂਗੇ ਜਿੱਥੇ ਅਸੀਂ ਚਿੱਠੀ ਨੂੰ ਭੇਜਣਾ ਹੈ। ਉਸ ਲਈ ਅਸੀਂ ਟਾਈਪ ਨਿਊ ਲਿਸਟ 'ਤੇ ਕਲਿੱਕ ਕਰਾਂਗੇ, ਫਿਰ ਕ੍ਰੀਏਟ ਬਟਨ 'ਤੇ ਕਲਿੱਕ ਕਰਾਂਗੇ। ਜਿਵੇਂ ਹੀ ਇਸ ਬਟਨ 'ਤੇ ਕਲਿੱਕ ਕਰਦੇ ਹਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਡਾਇਲੌਗ ਬਾਕਸ ਨਜ਼ਰ ਆਵੇ। ਇਸ ਵਿੱਚ ਵੱਖੋ ਵੱਖਰੇ ਫੀਲਡ ਯਾਨੀ ਕਿ ਕਾਲਮ ਬਣੇ ਹੋਏ ਹਨ। ਆਪਾਂ ਨੂੰ ਜੋ ਕਾਲਮ ਚਾਹੀਦੇ ਨੇ ਆਪਾਂ ਉਹਨਾਂ ਨੂੰ ਰੱਖ ਸਕਦੇ ਹਾਂ ਤੇ ਬਾਕੀਆਂ ਨੂੰ ਡਿਲੀਟ ਕਰ ਸਕਦੇ ਹਾਂ। ਇਸ ਲਈ ਅਸੀਂ ਕਸਟਮਾਈਜ਼ ਕਾਲਮ 'ਤੇ ਕਲਿੱਕ ਕਰਾਂਗੇ। ਇਸ ਵਿੱਚ ਜੋ ਕਾਲਮ ਸਾਨੂੰ ਨਹੀਂ ਚਾਹੀਦੇ ਅਸੀਂ ਉਹਨਾਂ ਕਾਲਮਾਂ ਨੂੰ ਸਿਲੈਕਟ ਕਰਕੇ ਡਿਲੀਟ ਕਰ ਸਕਦੇ ਹਾਂ। ਦੇਖੋ ਸਾਡੇ ਕੋਲ 4 ਕਾਲਮ ਰਹਿ ਗਏ, ਅਸੀਂ ਬਾਕੀ ਸਾਰੇ ਡਿਲੀਟ ਕਰ ਦਿੱਤੇ। ਇਸ ਤੋਂ ਇਲਾਵਾ ਅਸੀਂ ਰੀਨੇਮ ਵੀ ਕਰ ਸਕਦੇ ਹਾਂ। ਕਿਸੇ ਕਾਲਮ ਦਾ ਨਾਮ ਆਪਣੀ ਲੋੜ ਅਨੁਸਾਰ ਬਦਲ ਸਕਦੇ ਹਾਂ। ਕਿਸੇ ਕਾਲਮ ਨੂੰ ਉੱਪਰ ਨੀਚੇ ਕਰ ਸਕਦੇ ਹਾਂ। ਐਡ ਰਾਹੀਂ ਅਸੀਂ ਨਵਾਂ ਫੀਲਡ ਦਾਖਲ ਕਰ ਸਕਦੇ ਹਾਂ। ਓਕੇ 'ਤੇ ਕਲਿੱਕ ਕਰੋ। ਤੁਹਾਡੇ ਸਾਹਮਣੇ ਤੁਹਾਡੀ ਸੂਚੀ ਦਾ ਪਹਿਲੀ ਰੋ ਤਿਆਰ ਹੈ। ਇਸ ਵਿੱਚ ਅਸੀਂ ਜੋ ਸੂਚਨਾ ਭਰਨੀ ਹੈ, ਜੋ ਪਤਿਆਂ ਦੀ ਸੂਚਨਾ ਭਰਨੀ ਹੈ ਉਹ ਸੂਚਨਾ ਨੂੰ ਭਰਾਂਗੇ। ਇਸ ਤਰ੍ਹਾਂ ਨੇਮ 'ਚ ਨਾਮ, ਸਿਟੀ ਵਿੱਚ ਸ਼ਹਿਰ, ਫੋਨ ਨੰਬਰ ਵਿੱਚ ਫੋਨ। ਨਿਊ ਐਂਟਰੀ ਬਟਨ ਨਵੀਂ ਰੋ ਦਾਖਲ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਜੋ ਅਸੀਂ ਅਗਲੇ ਇਨਸਾਨ ਦੀ ਸੂਚਨਾ ਇਸ ਵਿੱਚ ਭਰ ਸਕੀਏ। ਸਾਰੇ ਐਡਰੈਸਿਸ ਭਰਨ ਤੋਂ ਬਾਅਦ ਅਸੀਂ ਓਕੇ 'ਤੇ ਕਲਿੱਕ ਕਰਾਂਗੇ। ਓਕੇ 'ਤੇ ਕਲਿੱਕ ਕਰਾਂਗੇ ਤੁਹਾਡੇ ਕੋਲ ਇਹ ਸੇਵ ਡਾਇਲੌਗ ਬਾਕਸ ਆ ਜਾਏਗਾ। ਅਸੀਂ ਇੱਥੇ ਕੋਈ ਨਾਮ ਦੇ ਕੇ ਇਸ ਸੂਚੀ ਨੂੰ ਸੇਵ ਕਰਾਂਗੇ। ਅਸੀਂ ਲਿਸਟ ਦਾ ਨਾਮ ਦਿੱਤਾ। ਜਿਸ ਤਰ੍ਹਾਂ ਸੇਵ ਕਰਦੇ ਸਮੇਂ ਇਹ ਹਮੇਸ਼ਾ ਧਿਆਨ ਰੱਖੋ ਕਿ ਤੁਸੀਂ ਜੋ ਫਾਈਲ ਸੇਵ ਕਰ ਰਹੇ ਹੋ ਕਿੱਥੇ ਸੇਵ ਕਰ ਰਹੇ ਹੋ। ਜਿਸ ਤਰ੍ਹਾਂ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ, ਇਸ ਪਾਸ ਨੂੰ ਧਿਆਨ 'ਚ ਰੱਖੋ। ਸੇਵ ਬਟਨ 'ਤੇ ਕਲਿੱਕ ਕਰੋ। ਡਾਟਾ ਸੋਰਸ ਸੇਵ ਹੋ ਗਿਆ ਹੈ ਯਾਨੀ ਕਿ ਪਤਿਆਂ ਦੀ ਸੂਚੀ ਤਿਆਰ ਹੈ। ਅਸੀਂ ਇਹ ਸੂਚੀ ਪਹਿਲਾਂ ਤੋਂ ਵੀ ਬਣਾ ਕੇ ਰੱਖ ਸਕਦੇ ਹਾਂ ਤੇ ਉਸ ਨੂੰ ਵੀ ਵਰਤ ਸਕਦੇ ਹਾਂ। ਇਸ ਲਈ ਅਸੀਂ ਯੂਜ਼ ਐਨ ਐਗਜ਼ਿਸਟਿੰਗ ਲਿਸਟ ਆਪਸ਼ਨ ਦੀ ਚੋਣ ਕਰਦੇ ਹਾਂ। ਉਸ ਚੋਣ ਤੋਂ ਬਾਅਦ ਅਸੀਂ ਜੋ ਸੂਚੀ ਸੇਵ ਕਰ ਰੱਖੀ ਹੈ ਉਸ ਨੂੰ ਸਿਲੈਕਟ ਕਰਦੇ ਹਾਂ ਤੇ ਓਪਨ ਕਰ। ਇਸ ਵਿੱਚੋਂ ਜੋ ਨਾਮ ਚਾਹੀਦੇ ਉਹਨਾਂ ਨੂੰ ਸਿਲੈਕਟ ਕਰੋ ਤੇ ਓਕੇ ਕਰੋ।
अगला स्टैप है प्रीव्यू ईयर लैटर। इस स्टैप विच असी जो सूचना टाइप करनी है वो सूचना टाइप करांगे। इत्थे एक गल दा ध्यान रखो कि आपां नूं उन्हां थां खाली छड्डना पवेगा जिस थां ते आपां एड्रैस नूं मर्ज करना है, डाटा सोर्स नूं जोड़ना है। इस जगह ते जाके असी मेलिंग ते जावांगे, इंसर्ट मर्ज फील्ड ऑप्शन ते जावांगे। ਜਦੋਂ ਅਸੀਂ इस ऑप्शन ਤੇ क्लिक करांगे तो ਤੁਹਾਡੇ ਕੋਲੇ ਤੁਹਾਡੀ सूची ਦੇ ਜਿਹੜੇ ਕਾਲਮ ਸੀ ਉਹ ਨਜ਼ਰ ਆਉਣਗੇ ਤੇ ਇੱਕ ਇੱਕ ਕਰਕੇ ਇਹਨਾਂ ਕਾਲਮ ਨੂੰ ਆਪਾਂ ਇੱਥੇ ਫੀਲਡ ਨੂੰ ਦਾਖਲ ਕਰਾਂਗੇ। ਐਂਟਰ ਮਾਰ ਕੇ ਆਪਾਂ ਸ਼ਹਿਰ ਦਾ ਨਾਮ ਨੀਚੇ ਦਾਖਲ ਕਰਾਂਗੇ। ਐਂਟਰ ਕੀ ਦੀ ਸਹਾਇਤਾ ਨਾਲ ਫਿਰ ਅੱਗੇ ਜਾਵਾਂਗੇ ਤੇ ਹੋਮ ਫੋਨ ਨੰਬਰ ਜਿਹੜਾ ਫੀਲਡ ਹੈ ਉਸ ਨੂੰ ਅਟੈਚ ਕਰਾਂਗੇ। ਹੁਣ ਆਪਾਂ ਨੈਕਸਟ ਸਟੈਪ यानी कि फिनिश मर्ज ਤੇ क्लिक करांगे। ਜਦੋਂ ਅਸੀਂ ਇਸ ਤੇ क्लिक करांगे ਤਾਂ ਆਪਣਾ ਜੋ डाटा सोर्स है ਉਹ ਮੁੱਖ ਡਾਕੂਮੈਂਟ ਨਾਲ ਅਟੈਚ ਹੋ ਜਾਏਗਾ। ਨੈਕਸਟ ਕੰਪਲੀਟ ਯੂਰ ਮਰਜ। ਦੇਖੋ ਹੁਣ ਇੱਕੋ ਹੀ ਲੈਟਰ ਤੇ ਸਾਡੇ ਕੋਲ ਵੱਖੋ ਵੱਖਰੇ ਪਤੇ ਅਟੈਚ ਹੋ ਚੁੱਕੇ ਨੇ। ਇਸੇ ਚੀਜ਼ ਨੂੰ ਹੀ ਮੇਲ ਮਰਜ ਕਿਹਾ ਹੈ। देखो हुण सानू बार बार पत्र नहीं लिखना पिया, हर एक पते लई सानू हर बार लैटर नहीं लिखना पिया। असीं इक्को ही लैटर नूं वख-वख पत्तिआं नाल जोड़ दित्ता। लास्ट स्टैप आपां कंप्लीट करांगे ते प्रिंट दी ऑप्शन ते जावांगे। तां इह प्रिंट दी ऑप्शन ते जदों आपां जावांगे तां इह जिहड़ी चिट्ठी है जां पत्र है इह सारे पत्तिआं नाल अटैच हो चुक्किआ होवेगा ते एक ही वार विच सारिआं लई असीं इस पत्र नूं प्रिंट कर सकते। आ देखो तुहानूं दिखाई दे रहा है इक्को ही लैटर आपां 4 पत्तिआं नाल जोड़ी सी तां वो चारे ही एड्रैसिस नाल ये लैटर जुड़ के सामने नज़र आ रही। अज दा ये टॉपिक अपना खत्म हुंदा है। मैनूं आस है कि तुहानूं ये टॉपिक चंगी तरह समझ आ गया होवेगा। धन्नवाद। हेठां डिस्क्रिप्शन बॉक्स विच इस पाठ संबंधी एक टेस्ट दिता गया है। इस टेस्ट नूं करो। धन्नवाद।